ਜਸਬੀਰ ਮੰਡ ਦਾ ਨਾਵਲ ਬੋਲ ਮਰਦਾਨਿਆਂ ਦੇ 27ਵੇਂ ਅੰਗ ਦਾ ਬਾਕੀ ਦਾ ਭਾਗ। ਮਰਦਾਨੇ ਨੇ ਵੇਖਿਆ ਉਹਦੇ ਸਾਹਮਣੇ ਇੱਕ ਨੌਜਵਾਨ ਭਗਵਿਆਂ 'ਚ ਖੜਾ ਸੀ। ਮੈਂ ਤੇਰੇ ਕੋਲ ਬੈਠ ਸਕਦਾ? ਮੈਂ ਰੋਜ਼ ਦੂਰੋਂ ਤੇਰੇ ਸਾਜ਼ ਨੂੰ ਸੁਣਦਾ। ਮਰਦਾਨੇ ਨੇ ਬੈਠਣ ਲਈ ਇਸ਼ਾਰਾ ਕੀਤਾ। ਮੇਰਾ ਨਾਂ ਚੈਤਨਿਆ ਪ੍ਰਭੂ ਹੈ। ਪਰ ਮਰਦਾਨੇ ਦੀ ਨਜ਼ਰ ਹਾਲੇ ਵੀ ਉੱਡਦੀ ਭਾਵ ਵੱਲ ਹੀ ਸੀ। ਕਿਤੇ ਲੋੜ ਤੋਂ ਜ਼ਿਆਦਾ ਧਰਤੀ ਦੀ ਧੜਕਣਾਂ ਤਾਂ ਨਹੀਂ ਸੁਣ ਲਈਆਂ? ਧੜਕਣਾਂ ਨੂੰ ਤਾਂ ਮੈਂ ਗਾ ਲੈਂਦਾ, ਪਰ ਵੇਖ ਬਹੁਤ ਰਹੇ ਹੋ, ਕਦੇ ਵੇਖਿਆ ਨਹੀਂ ਹੈ? ਇੰਨੀ ਵੱਡੀ ਤਰਲਤਾ ਨੂੰ ਵੇਖ ਕੇ ਜੀ ਨਹੀਂ ਭਰ ਰਿਹਾ। ਵੇਖਣਾ ਤਾਂ ਇੱਕ ਛਿਣ ਲਈ ਹੁੰਦਾ, ਬਾਕੀ ਸਭ ਤਾਂ ਹੰਡਾਉਣਾ ਹੁੰਦਾ ਹੈ। ਉਹਨੇ ਲੰਮਾ ਸਾਹ ਭਰ ਕੇ ਗੱਲ ਜਾਰੀ ਰੱਖੀ। ਉਹ ਸਾਹਮਣੇ ਟਿੱਬੀ ਉੱਪਰ ਮੇਰੀ ਝੌਂਪੜੀ ਦਿਸਦੀ ਏ। 10 ਸਾਲ ਤੋਂ ਇਸ ਸਮੁੰਦਰ ਨੂੰ ਵੇਖ ਰਿਹਾ। ਇਹ ਮੇਰੀਆਂ ਨਜ਼ਰਾਂ ਦੇ ਸਾਹਮਣੇ ਹੀ ਰਹਿੰਦਾ ਹੈ। ਫਿਰ ਮੇਰੇ ਕੋਲ ਕਿਉਂ ਆਏ ਹੋ? ਸੋਚਿਆ ਨਵੀਆਂ ਅੱਖਾਂ ਨੇ ਸਮੁੰਦਰ ਵੇਖਿਆ, ਕੋਈ ਤਾਜ਼ੀ ਝਲਕ ਹੀ ਵੇਖ ਲਵਾਂ। ਦੀਵੇ ਬਲ ਗਏ ਸਨ। ਦੂਰੋਂ ਆਏ ਯਾਤਰੀ ਆਰਤੀ 'ਚ ਸ਼ਾਮਲ ਹੋਣ ਲਈ ਮੰਦਰ ਅੰਦਰ ਇਕੱਠੇ ਹੋ ਰਹੇ ਸਨ। ਬਹੁਤੇ ਪਾਂਡਿਆਂ ਦੇ ਹੱਥ ਵਿੱਚ ਜਗਦੇ ਦੀਵਿਆਂ ਦੇ ਥਾਲ ਸਨ। ਸ਼੍ਰੋਮਣੀ ਪਾਂਡੇ ਹੱਥ ਸੋਨੇ ਦਾ ਥਾਲ ਸੀ, ਜਿਸ ਉੱਤੇ ਹੀਰੇ ਮੋਤੀ ਜੜੇ ਸਨ। ਵਿਚਕਾਰ ਦੋ ਮੁਖੀਆ ਵੱਡਾ ਦੀਵਾ ਜਲ ਰਿਹਾ ਸੀ। ਚੁਫੇਰੇ ਧੂਫ ਦੀ ਖੁਸ਼ਬੂ ਆ ਰਹੀ ਸੀ। ਮੂਰਤੀਆਂ ਉੱਤੇ ਤੇਜ਼ੀ ਨਾਲ ਚੌਰ ਝੁੱਲਣੇ ਸ਼ੁਰੂ ਹੋ ਗਏ ਸਨ। ਢੋਲਕੀਆਂ, ਛੈਣੇ, ਸੰਖ, ਬੀਨਾ, ਸਿੰਗੀਆਂ ਦੀਆਂ ਆਵਾਜ਼ਾਂ ਗੂੰਜੀਆਂ। ਥਾਲੀਆਂ ਵਿਚਲੇ ਚਿਰਾਗ ਹਵਾ 'ਚ ਗੋਲ-ਗੋਲ ਘੁੰਮਣ ਲੱਗੇ। ਜਗਨਨਾਥ ਦੀ ਆਰਤੀ ਸ਼ੁਰੂ ਹੋ ਗਈ ਸੀ। ਮਰਦਾਨੇ ਨੇ ਪਿੱਛੇ ਮੁੜ ਕੇ ਵੇਖਿਆ। ਬਾਬਾ ਮੰਦਰ ਤੋਂ ਬਾਹਰ ਖੁੱਲ੍ਹੇ ਅਸਮਾਨ ਥੱਲੇ ਜਾ ਖੜਿਆ ਸੀ। ਉਹ ਆਰਤੀ ਦੇ ਸ਼ੋਰ 'ਚੋਂ ਨਿਕਲ ਬਾਬੇ ਕੋਲ ਪਹੁੰਚਿਆ। ਦੀਵਿਆਂ ਦੀ ਲੋ ਨਾਲ ਬਾਬੇ ਦਾ ਚਿਹਰਾ ਸਾਫ਼ ਦਿਸਦਾ ਸੀ। ਕੋਈ ਤਰਾਨਾ ਜਾਗ ਪਿਆ ਸੀ। ਉਹਨੇ ਹੱਥਾਂ ਦੀਆਂ ਲਕੀਰਾਂ ਜਿੰਨੀ ਪਛਾਣ ਵਾਂਗ ਤਾਰਾਂ ਉੱਤੇ ਹੱਥ ਫੇਰਿਆ। ਆਰਤੀ ਜੋਬਨਾਂ ਉੱਤੇ ਸੀ। ਮੀਂਹ ਤੋਂ ਬਾਅਦ ਕਾਲੇ ਸਿਆਹ ਹਨੇਰੇ ਦੇ ਨਿਖਾਰ ਉੱਪਰ ਤਾਰੇ ਚਮਕ ਰਹੇ ਸਨ। ਹਲਕੀ ਹਵਾ ਚਿਹਰੇ 'ਤੇ ਟਕਰਾ ਰਹੀ ਸੀ। ਮੰਗਲ ਆਰਤੀ ਖਤਮ ਹੁੰਦੇ ਸਾਰ ਸਜੀ ਹੋਈ ਰਾਤ ਥੱਲੇ ਖੁੱਲ੍ਹੇ ਅਸਮਾਨ 'ਚ ਮਰਦਾਨੇ ਨੇ ਤਰਾਨੇ ਦੀ ਪਹਿਲੀ ਮਿਠਾਸ ਸੁਣੀ। ਮਰਦਾਨੇ ਦਾ ਸੱਜੇ ਹੱਥ ਦੇ ਅੰਗੂਠੇ 'ਤੇ ਪਹਿਲੀ ਤੇ ਦੂਜੀ ਉਂਗਲ ਨਾਲ ਫੜੀ ਮਿਜ਼ਰਾਬ ਵਾਲਾ ਹੱਥ ਤਾਰਾਂ ਵੱਲ ਝੁਕਿਆ। ਰਬਾਬ ਨੇ ਰਾਗ ਧਨਾਸਰੀ ਦੀਆਂ ਧੁਨਾਂ ਛੇੜੀਆਂ। ਆਰਤੀ ਤੋਂ ਨਿਕਲੇ ਲੋਕਾਂ ਨੇ ਪਹਿਲੀ ਵਾਰ ਬਿਨਾਂ ਦੀਵਿਆਂ ਤੋਂ ਆਰਤੀ ਦੀ ਵਿਆਖਿਆ ਸੁਣੀ। ਦੋ ਦੀਵਾਨਿਆਂ ਦੇ ਸੁਰੀਲੇ ਬੋਲ ਕੁਝ ਇਸ ਤਰ੍ਹਾਂ ਸੁਣ ਰਹੇ ਸਨ। ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲਾਨ ਲੋ ਪਵਨ ਚਵਰੋ ਕਰੇ ਸਗਲ ਬਨ ਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਈ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਪੇਰੀ। ਇਸ ਤੋਂ ਪਹਿਲਾਂ ਕਿ ਕੋਈ ਕੁਝ ਪੁੱਛਦਾ, ਬਾਬਾ ਗਾਉਣ ਖਤਮ ਕਰਦੇ ਸਾਰ ਆਪਣੇ ਟਿਕਾਣੇ ਵੱਲ ਚੱਲ ਪਿਆ। ਕੁਝ ਜਗਿਆਸੂ ਲੋਕ ਇਸ ਆਰਤੀ ਬਾਰੇ ਗੱਲਾਂ ਕਰਨ ਲੱਗੇ, ਜਿਸ ਨੇ ਹੁਣੇ ਕੁਦਰਤ ਦੇ ਦੀਵੇ ਬਲਦੇ ਵੇਖੇ ਸਨ। ਕਾਫੀ ਰਾਤ ਬੀਤ ਗਈ ਸੀ। ਸਿੱਧਾ ਪਿਆ ਮਰਦਾਨਾ ਦੇਰ ਤੱਕ ਅਸਮਾਨ ਵੱਲ ਵੇਖਦਾ ਰਿਹਾ। ਅਸਮਾਨ ਤਾਂ ਰੋਜ਼ ਇਸ ਤਰ੍ਹਾਂ ਹੀ ਸਿਰ ਉੱਤੇ ਰਹਿੰਦਾ ਸੀ, ਪਰ ਅੱਜ ਵਾਂਗ ਤਾਰਿਆਂ ਨਾਲ ਸਜਿਆ ਕਿਸੇ ਤਰਾਨੇ 'ਚ ਮਸਤ ਪਹਿਲਾਂ ਕਦੇ ਨਹੀਂ ਸੀ ਦਿਸਿਆ। ਨਵੀਆਂ ਤਾਨਾਂ, ਬੰਦਿਸ਼ਾਂ, ਖਿਆਲਾਂ ਦੇ ਸੁਭਾਅ ਤਾਂ ਉਹ ਗਾਉਂਦਾ ਹੀ ਆ ਰਿਹਾ ਸੀ। ਅੱਜ ਧਨਾਸਰੀ ਦੀ ਗੂੰਜ ਸਭ ਸੰਭਾਵਨਾਵਾਂ ਪਾਰ ਕਰ ਗਈ ਸੀ। ਰਾਤ ਕਾਫੀ ਲੰਘ ਗਈ ਸੀ। ਮੰਦਰ ਅੰਦਰਲੇ ਤੇ ਬਾਹਰਲੇ ਦੀਵੇ ਬੁੱਝ ਚੁੱਕੇ ਸਨ। ਚਾਨਣੀ ਮੰਦਰ ਦੇ ਅੰਦਰ ਵੱਲ ਸਰਕ ਰਹੀ ਸੀ। ਇੱਕ ਗੱਲ ਜਿਹੜੀ ਬਾਬੇ ਤੋਂ ਪੁੱਛਣੀ ਸੀ, ਉਹ ਬਾਬੇ ਨੂੰ ਕੜਥਲ ਲੈਂਦਿਆਂ ਵੇਖ ਪੁੱਛ ਹੀ ਲਈ। ਬਾਬਾ, ਅੱਜ ਦੇ ਗੀਤ 'ਚ ਮਲਾਨਲੂ ਸ਼ਬਦ ਪਹਿਲੀ ਵਾਰ ਸੁਣਿਆ। ਇਹ ਹਵਾ ਜੋ ਸਮੁੰਦਰ ਦੇ ਕੰਢਿਓਂ ਤੇਰੇ ਵੱਲ ਆ ਰਹੀ ਏ, ਇਹ ਤਾਮਿਲ ਭਾਸ਼ਾ ਦਾ ਲਫ਼ਜ਼ ਹੈ। ਥੋੜ੍ਹੀ ਦੇਰ ਮਰਦਾਨਾ ਚਿਹਰੇ ਨੂੰ ਛੂਹ ਕੇ ਲੰਘਦੀ ਹਵਾ ਦੀ ਪਲੋਸ ਮਹਿਸੂਸ ਕਰਦਾ ਰਿਹਾ। ਇੱਕੋ ਸਮੇਂ ਅਸਮਾਨ ਤੇ ਧਰਤੀ ਦੇ ਸੰਗਮ ਨੂੰ ਮਾਣਨ ਲਈ ਕੀ ਸੱਚਮੁੱਚ ਇੰਨੀ ਊਰਜਾ ਚਾਹੀਦੀ ਏ? ਬਾਬੇ ਨੂੰ ਇਸੇ ਲਈ ਇਹ ਗਾ ਕੇ ਦੱਸਣਾ ਪਿਆ ਸੀ। ਉੱਠ ਕੇ ਬੈਠ ਗਿਆ। ਆਰਤੀ ਤਾਂ ਹਾਲੇ ਵੀ ਚੱਲ ਰਹੀ ਸੀ, ਬਸ ਅੰਦਰਲੇ ਹੁੰਗਾਰੇ ਦੀ ਲੋੜ ਸੀ। ਕਾਂਡ 28ਵਾਂ। ਜਗਨਨਾਥ ਤੋਂ ਤੁਰਦਿਆਂ ਇੱਕ ਪਹਿਰ ਦਿਨ ਬੀਤ ਗਿਆ ਸੀ। ਰਾਤ ਦੀ ਆਰਤੀ ਨੂੰ ਵਿਚਾਰਦੇ ਲੋਕ ਕਾਫੀ ਦੂਰ ਤੱਕ ਇਹਨਾਂ ਦੇ ਪਿੱਛੇ ਆਏ। ਬਹੁਤ ਤੇਜ਼ ਧੁੱਪ ਸੀ। ਅੱਜ ਫਿਰ ਬਾਬਾ ਗੇਰੂਏ ਰੰਗ ਨਾਲ ਚਮਕ ਰਿਹਾ ਸੀ। ਕਟਕ ਦੇ ਰਾਜੇ ਪ੍ਰਤਾਪਪੁਰ ਦੇ ਵੱਲੋਂ ਭੇਟ ਕੀਤੇ ਬਸਤਰ ਇੱਕ ਕਰਕੇ ਕਦੋਂ ਦੇ ਵੰਡੇ ਜਾ ਚੁੱਕੇ ਸਨ। ਮੰਦਰ ਦੇ ਸਾਹਮਣੇ ਖੜ ਕੇ ਮਰਦਾਨੇ ਨੇ ਇੱਕ ਵਾਰ ਫਿਰ ਸਮੁੰਦਰ ਵੱਲ ਨਜ਼ਰ ਮਾਰੀ ਸੀ। ਇਹ ਤਰਲ ਸੰਸਾਰ ਕਿਵੇਂ ਬੁਲਾਉਂਦਾ ਸੀ, ਉਵੇਂ ਹੀ ਵਿਦਾਈ ਵੀ ਬਹੁਤ ਕੋਮਲ ਬਣਾ ਦਿੰਦਾ ਹੈ। ਸਮੁੰਦਰ ਕੰਢੇ ਬੈਠ ਕੇ ਪਿਛਲੇ ਸਫ਼ਰ ਬੜੇ ਸੌਖੇ ਯਾਦ ਆਉਂਦੇ ਸਨ। ਬੜੇ ਪਾਰਦਰਸ਼ੀ ਸੁਪਨੇ ਆਏ ਸਨ।
ਕਲਪਨਾ ਦੇ ਵੀ ਤਨ ਹੁੰਦੇ ਨੇ, ਵਿਚਾਰਾਂ ਨੂੰ ਸਾਂਭ ਕੇ ਰੱਖਣ ਲਈ ਜਗ੍ਹਾ ਬਣਾ ਹੀ ਲੈਂਦੇ ਨੇ। ਉਹ ਪੁਰੀ ਤੋਂ ਦੱਖਣ ਵੱਲ ਮੁੜ ਗਏ, ਫਿਰ ਆਪ ਕਟਕ ਤੇ ਗੰਟੂਰ ਤੋਂ ਗੰਜਾਮ ਪਹੁੰਚ ਗਏ। ਇੱਥੋਂ ਤੱਕ ਇੱਕ ਚੌੜਾ ਰਾਹ ਆਉਂਦਾ ਸੀ। ਗੰਜਾਮ ਤੋਂ ਆਪ ਦੱਖਣ ਵਾਲੇ ਪਾਸੇ ਕਾਂਚੀਪੁਰਮ ਵੱਲ ਚਲਦਿਆਂ ਗੰਟੂਰ ਪਹੁੰਚ ਗਏ। ਗੰਟੂਰ ਨਗਰ ਦਾ ਨਾਂ ਗੁੰਟਾ ਤੋਂ ਪਿਆ ਸੀ, ਜਿਹਦਾ ਭਾਵ ਤਲਾਅ ਸੀ। ਉਹਨਾਂ ਰਾਤ ਦਾ ਡੇਰਾ ਇੱਕ ਤਲਾਅ ਦੇ ਕੰਢੇ ਉੱਤੇ ਹੀ ਲਾਇਆ। ਬੜੀ ਰਮਣੀਕ ਥਾਂ ਸੀ, ਪਰ ਮਰਦਾਨੇ ਨੂੰ ਸਮੁੰਦਰ ਕੋਲੋਂ ਆ ਕੇ ਇੱਕ ਤਲਾਅ ਉੱਤੇ ਠਹਿਰਨਾ ਓਨਾ ਆਨੰਦਮਈ ਨਹੀਂ ਜਾਪਿਆ। ਉਹਨੂੰ ਕਟਕ ਦੇ ਰਾਜਾ ਦੇ ਪਕਵਾਨਾਂ ਤੋਂ ਬਾਅਦ ਇੱਥੇ ਸੁੱਕੇ ਚਾਵਲ ਵੀ ਸਵਾਦ ਨਾ ਲੱਗੇ। ਫਿਰ ਵੀ ਅੱਗੇ ਕੁਝ ਸਮੁੰਦਰ ਵਰਗਾ ਦਿਸੇਗਾ, ਉਹਨੇ ਰਾਤ ਚੁੱਪਚਾਪ ਕੱਟ ਲਈ। ਗੰਟੂਰ ਤੋਂ ਮਦਰਾਸਾਪਟਨਮ ਮਦਰਾਸ ਵਾਲਾ ਇਲਾਕਾ ਪਾਰ ਕਰ ਚੁੱਕੇ ਸਨ। ਦੱਖਣ ਵੱਲ ਕਾਂਚੀਪੁਰਮ ਨੇੜੇ ਆ ਰਿਹਾ ਸੀ। ਕੁਰੂਕਸ਼ੇਤਰ ਵਾਲਾ ਹੱਸਦੇ ਸਾਧਾਂ ਦਾ ਟੋਲਾ ਇੱਥੇ ਫਿਰ ਦਿਸਿਆ। ਉਹ ਜੀ ਭਰ ਕੇ ਹੱਸ ਚੁੱਕੇ ਸਨ। ਕੀ ਜੈਨੀਆਂ ਦੇ ਮੰਦਰਾਂ ਵੱਲੋਂ ਆਉਂਦੇ ਹੋਏ ਅਜਿਹਾ ਹੋਇਆ ਸੀ? ਮਰਦਾਨੇ ਨੇ ਸਿਰਫ ਬਾਬਾ ਕਹਿ ਕੇ ਹੀ ਪ੍ਰਸ਼ਨ ਪੁੱਛ ਲਿਆ ਸੀ। ਹੁਣ ਬਾਬੇ ਦਾ ਉੱਤਰ ਸੁਣ ਰਿਹਾ ਸੀ। ਗਿਆਨ ਦੀ ਧਾਰਾ 'ਚੋਂ ਜੇ ਹੱਸਣਾ ਆ ਜਾਏ ਤਾਂ ਇਹਨੂੰ ਜਾਰੀ ਰੱਖਣਾ ਬੜਾ ਔਖਾ ਹੁੰਦਾ ਹੈ ਮਰਦਾਨਿਆਂ। ਪਰ ਬਾਬਾ, ਇਹਨਾਂ ਦੀ ਪੂਜਾ ਕੀ ਅੰਦਰ ਰੁਕ ਗਈ ਏ? ਜਾਪਦਾ ਹੀ ਨਹੀਂ ਇਹ ਕਦੇ ਇੰਨੇ ਹੱਸੇ ਵੀ ਹੋਣਗੇ। ਕੀ ਇਹਨਾਂ 'ਚ ਮਹਾਂਵੀਰ ਦੀ ਕਾਇਆ ਦਾ ਕੋਈ ਪੜਾਅ ਆ ਗਿਆ? ਥੋੜ੍ਹੀ ਦੇਰ ਲਈ ਚੁੱਪ ਵਰਤ ਗਈ। ਅੱਗੇ ਛੋਟੀਆਂ ਪਹਾੜੀਆਂ 'ਚ ਚੱਲਦੇ ਰਸਤਿਆਂ ਅੱਗੇ ਵੱਡੇ ਵੱਡੇ ਪੱਥਰ ਆ ਗਏ ਸਨ। ਉਹਨਾਂ ਨੂੰ ਹਟਾਇਆ ਤਾਂ ਨਹੀਂ ਸੀ ਜਾ ਸਕਦਾ, ਪਰ ਥੋੜ੍ਹੀ ਕੋਸ਼ਿਸ਼ ਨਾਲ ਉਹਨਾਂ ਦੇ ਉੱਪਰੋਂ ਟੱਪਿਆ ਜਾ ਸਕਦਾ ਸੀ। ਅੱਗੇ ਵੀ ਪਥਰੀਲਾ ਰਾਹ ਸੀ, ਪਰ ਪੱਥਰ ਛੋਟੇ ਸਨ। ਬਾਬਾ ਦੱਸ ਨਾ, ਤੂੰ ਤਾਂ ਸੋਝੀਆਂ ਦੀ ਮਾਂ ਏ। ਡੁੱਬਣ ਦੇ ਦੋ ਢੰਗ ਨੇ, ਆਪਣੇ 'ਚ ਲੀਨ ਹੋ ਜਾਣਾ ਜਾਂ ਦੂਜੇ 'ਚ ਸਮਾ ਜਾਣਾ। ਮਹਾਂਵੀਰ ਆਪਣੇ 'ਚ ਲੀਨ ਸਨ, ਇਸੇ ਕਰਕੇ ਉਹਨਾਂ ਦਾ ਪਰਮਾਤਮਾ ਬਹੁਤ ਘੱਟ ਦਿਸਦਾ ਹੈ। ਪਰ ਬਾਬਾ, ਇਹ ਦੋ ਬਰਕਤਾਂ ਦਾ ਮੇਲ ਹੋਵੇ ਕਿਵੇਂ? ਵੇਖੋ, ਬੀਜ ਤੇ ਖਾਕ ਦੇ ਮਿਲਣ ਦੀ ਇਕਾਂਤ। ਉਸੇ ਸਮੇਂ ਆਦ ਨਗਨਤਾ 'ਚ ਮਸਤ ਇੱਕ ਫਕੀਰ ਉਹਨਾਂ ਕੋਲੋਂ ਲੰਘਿਆ। ਉਹ ਹੱਸਦਾ ਆਪਣੇ ਪਿੰਡੇ ਵੱਲ ਵੇਖਦਾ ਸੁੰਦਰ ਹੈ ਕਹਿ ਕੇ ਚੁੱਪ ਹੋ ਜਾਂਦਾ। ਨਗਨਤਾ ਦੀ ਇੱਕ ਮੌਜ ਝੂਮਦੀ ਕੋਲੋਂ ਲੰਘ ਗਈ ਸੀ। ਥੋੜ੍ਹੀ ਦੇਰ ਲਈ ਮਰਦਾਨੇ ਦੇ ਪ੍ਰਸ਼ਨ ਕਿਧਰੇ ਗੁਆਚ ਗਏ ਸਨ। ਕਾਂਚੀਪੁਰਮ ਦੇ ਮੰਦਰਾਂ ਦੇ ਉੱਚੇ ਕਲਸ਼ ਦਿਸਣ ਲੱਗ ਗਏ। ਇਹ ਬਹੁਤ ਵੱਡਾ ਤੀਰਥ ਸੀ। ਇਸ ਸਮੇਂ ਇੱਥੇ ਕ੍ਰਿਸ਼ਨ ਦੇਵਾ ਨਾਂ ਦੇ ਰਾਜੇ ਦਾ ਰਾਜ ਸੀ। ਉਹਨਾਂ ਵਿਸ਼ਨੂੰ ਸ਼ਿਵਾ ਮੰਦਰਾਂ ਦੇ ਵਿਚਾਲੇ ਕੁਝ ਦੇਰ ਲਈ ਆਰਾਮ ਕੀਤਾ। ਦੁਪਹਿਰ ਤੱਕ ਉੱਥੇ ਵੀ ਭੀੜ ਵੱਧ ਗਈ ਸੀ। ਸ਼ਾਮ ਵੇਲੇ ਕਾਂਚੀਪੁਰਮ ਤੋਂ 2 ਮੀਲ ਦੱਖਣ ਤ੍ਰਿਪਾਰੁਤੀ ਕੁਮਰਮ ਵੱਲ ਚੱਲ ਪਏ। ਉਹਨਾਂ ਚੋਲਾ ਰਾਜਿਆਂ ਦੇ ਸਮੇਂ ਦੇ ਪ੍ਰਾਚੀਨ ਜੈਨੀਆਂ ਦੇ ਮੰਦਰ ਅੱਗੇ ਆਪਣਾ ਰਾਤ ਦਾ ਪੜਾਅ ਕੀਤਾ। ਰਸਤੇ 'ਚ ਬਹੁਤ ਸਾਰੇ ਫਕੀਰ ਨਗਨ ਅਵਸਥਾ 'ਚ ਆਉਂਦੇ ਦਿਸੇ। ਹੁਣ ਹਨੇਰਾ ਹੋ ਗਿਆ ਸੀ, ਸਿਰਫ ਸਾਈ ਦਿਸਦੇ ਸਨ। ਸਵੇਰੇ ਜਦੋਂ ਪਤਾ ਲੱਗਾ ਕਿ ਉੱਤਰੀ ਹਿੰਦ ਤੋਂ ਕੋਈ ਸਾਧੂ ਆਇਆ ਤਾਂ ਇੱਕ ਪੁਜਾਰੀ ਆ ਕੇ ਪੁੱਛਣ ਲੱਗਾ, ਤੁਸੀਂ ਅੰਨ ਨਵਾਂ ਖਾਂਦੇ ਹੋ? ਪਾਣੀ ਛਾਨਣ ਤੋਂ ਬਿਨਾਂ ਪੀਂਦੇ ਹੋ? ਨਿੱਤ ਜੀ ਮਾਰਦੇ ਹੋ? ਕਈ ਦਿਨਾਂ ਪਿੱਛੋਂ ਬਾਬੇ ਨੇ ਪੁੱਛੇ ਪ੍ਰਸ਼ਨਾਂ ਦਾ ਉੱਤਰ ਗਾ ਕੇ ਕਿਹਾ, ਸਿਰ ਖੁਆਏ ਪੀਏ ਮਲਵਾਣੀ, ਝੂਠਾ ਮੰਗ ਖਾਹੀ, ਫੁੱਲ ਫਦੀਹਤ, ਮੋਹ ਲੈਣ ਪੜਾਸਾ, ਪਾਣੀ ਦੇਖ ਸਗਾਹੀ। ਕਾਂਚੀਪੁਰਮ ਤੋਂ ਦੱਖਣ ਵੱਲ ਚੱਲਦੇ ਉਹ ਤ੍ਰਿਵਨਮਲਾਈ ਨਾਮੀ ਨਗਰ ਪਹੁੰਚ ਗਏ। ਇਹ ਦੱਖਣ ਵੱਲ ਜਾਂਦੇ ਵੱਡੇ ਰਾਹ ਉੱਤੇ ਸੀ। ਇੱਥੋਂ ਪੱਛਮ ਵਾਲੇ ਪਾਸੇ ਪਹਾੜੀ ਰਸਤੇ ਜਾਂਦੇ ਸਨ। ਤ੍ਰਿਪਾਰੁਤੀ ਕੁਮਰਨ ਵੱਲ ਜਾ ਰਹੇ ਹੋ? ਇੱਕ ਰਾਹੀ ਮਰਦਾਨੇ ਨਾਲ ਗੱਲੀਂ ਪੈ ਗਿਆ। ਤ੍ਰਿਵਨਮਲਾਈ ਦਾ ਅਰਥ ਹੈ ਪਹਾੜੀ ਤੇ ਪ੍ਰਚਲਿਤ ਪਵਿੱਤਰ ਅਗਨੀ। ਇੱਕ ਵਾਰੀ ਪਾਰਵਤੀ ਨੇ ਸ਼ਿਵਾ ਦੇ ਅੱਖਾਂ ਤੇ ਹੱਥ ਰੱਖ ਦਿੱਤੇ। ਸਾਰੇ ਸੰਸਾਰ 'ਚ ਹਨੇਰਾ ਹੋ ਗਿਆ। ਸ਼ਿਵਾ ਜੀ ਪਾਰਵਤੀ ਨਾਲ ਬਹੁਤ ਨਾਰਾਜ਼ ਹੋਏ। ਉਹਨੂੰ ਸੰਸਾਰ ਭੇਜਿਆ। ਜਿਨ੍ਹਾਂ ਥਾਵਾਂ ਉੱਤੇ ਤਪੱਸਿਆ ਕੀਤੀ ਉਹਨਾਂ 'ਚੋਂ ਤ੍ਰਿਵਨਮਲਾਈ ਇੱਕ ਸੀ। ਤੁਸੀਂ ਵੇਖਿਓ ਤਾਂ ਸਹੀ, ਅੱਗੇ ਬਹੁਤ ਸੁੰਦਰ ਮੰਦਰ ਹੈ। ਉਹਨੇ ਗੱਲ ਜਾਰੀ ਰੱਖੀ। ਕੋਈ ਦੇਵੀ ਦੇਵਤਾ ਆਪਣੇ ਕਰਮਾਂ ਦੇ ਫਲ ਤੋਂ ਬਚ ਨਹੀਂ ਸਕਿਆ। ਪਾਰਵਤੀ ਨੂੰ ਵੀ ਤਪੱਸਿਆ ਕਰਨੀ ਪਈ। ਚਲੋ, ਇਸ ਬਹਾਨੇ ਮੈਨੂੰ ਵੀ ਮਰਾਸਣ ਯਾਦ ਆ ਗਈ ਹੈ। ਤੂੰ ਕੀ ਕਿਹਾ? ਪਰ ਉਸ ਤੋਂ ਪਹਿਲਾਂ ਹੀ ਬਾਬੇ ਦਾ ਉੱਤਰ ਸ਼ੁਰੂ ਹੋ ਗਿਆ ਸੀ। ਸਿਰਫ 3 ਹੀ ਜਣੇ ਤੁਰ ਰਹੇ ਸਨ। 2 ਗਾ ਰਹੇ ਸਨ, ਇੱਕ ਸੁਣ ਰਿਹਾ ਸੀ। ਤ੍ਰਿਵਨਮਲਾਈ ਤੋਂ ਦੱਖਣ ਦਾ ਸਫ਼ਰ ਕਰਕੇ ਉਹ ਇੱਕ ਦਿਨ ਤ੍ਰਿਚਨਾਪਲੀ ਪਹੁੰਚ ਗਏ। ਇੱਥੇ ਤਾਮਿਲ ਦੇ ਅਲਵਰ ਵੈਸ਼ਨਵ ਸੰਤਾਂ ਦਾ ਸਭ ਤੋਂ ਪ੍ਰਸਿੱਧ ਮੰਦਰ ਸੀ, ਰੰਗਮ। ਇਹ ਮੰਦਰ ਕਾਵੇਰੀ ਤੇ ਕੋਲੇਰੂਨ ਦਰਿਆਵਾਂ ਦੇ ਵਿਚਕਾਰ ਸੀ। ਤਾਮਿਲ 'ਚ ਰੰਗਮ ਦਾ ਭਾਵ 2 ਦਰਿਆਵਾਂ 'ਚ ਸਥਿਤ ਹੋਣਾ ਸੀ। ਇੱਥੇ ਹੀ ਵੈਸ਼ਨਵ ਮੱਤ ਦੇ ਆਗੂ ਰਾਮਾਨੁਜ ਨੇ ਆਪਣੇ ਆਖਰੀ ਸਾਲ ਗੁਜ਼ਾਰੇ ਸਨ। ਭਗਤ ਲੋਕ ਇੱਥੇ ਮੰਦਰ ਦੀਆਂ 7 ਪਰਿਕਰਮਾ ਕਰਦੇ ਸਨ।
ਫਿਰ ਉਹ ਤ੍ਰਿਚਨਾਪਲੀ ਤੋਂ ਕਾਵੇਰੀ ਦਰਿਆ 'ਚ ਬੇੜੀ ਦੇ ਰਾਹ ਨਾਗਾਪਟਨਮ ਪੁੱਜ ਗਏ। ਲੰਕਾ ਜਾਣ ਲਈ ਦੱਖਣੀ ਭਾਰਤ ਦੀ ਇੱਕ ਪੁਰਾਣੀ ਬੰਦਰਗਾਹ ਸੀ। ਲੰਕਾ ਦੇ ਪੂਰਬੀ ਕੰਢੇ 'ਤੇ ਤ੍ਰਿਨਕੋਮਲੀ ਦੇ ਦੱਖਣ 'ਚ ਇੱਕ ਹੋਰ ਬੰਦਰਗਾਹ ਮੱਟੀਆਕੁਲਮ ਸੀ। ਇੱਥੇ ਮੱਡਾਕੁਲਾਪਾ ਤਾਮਿਲ ਲੋਕਾਂ ਦੀ ਬਹੁਤ ਪੁਰਾਣੀ ਬਸਤੀ ਸੀ। ਹਨੂਮਾਨ ਦੀ ਲੰਕਾ ਸਾੜਨ ਦੀ ਵਾਰਤਾ ਇਸੇ ਸਥਾਨ ਵਾਪਰੀ ਦੱਸੀ ਗਈ ਸੀ। ਨਾਗਾਪਟਨਮ ਤੋਂ ਤ੍ਰਿਨਕੋਮਲੀ ਤੇ ਫਿਰ ਮੱਟੀਆਕੁਲਮ ਪਹੁੰਚੇ। ਇੱਥੇ ਦਾ ਰਾਜਾ ਸ਼ਿਵ ਦਾ ਉਪਾਸ਼ਕ ਰਾਜਾ ਸ਼ਿਵਨਾਭ ਸੀ। ਉਹ ਨਾਨਕ ਦੀ ਮਹਿਮਾ ਪਹਿਲਾਂ ਹੀ ਸੁਣ ਚੁੱਕਿਆ ਸੀ। ਮਰਦਾਨੇ ਦੀ ਖੁਸ਼ੀ ਦਾ ਅੰਤ ਨਾ ਰਿਹਾ ਜਦੋਂ ਉਹਨਾਂ ਦਾ ਮੇਲ ਲਾਹੌਰ ਨਿਵਾਸੀ ਮਨਸੁਖ ਨਾਲ ਹੋਇਆ। ਇਹ ਮੈਨ ਸੀਹੇ ਦੇ ਭਗੀਰਥ ਨਾਲ ਗੁਰੂ ਜੀ ਨੂੰ ਸੁਲਤਾਨਪੁਰ ਮਿਲਿਆ ਸੀ। ਕਈ ਸਾਲਾਂ ਬਾਅਦ ਮਰਦਾਨੇ ਨੇ ਆਪਣੀ ਮਰਜ਼ੀ ਦੀ ਪੰਜਾਬੀ ਰੱਜ ਕੇ ਬੋਲੀ, ਤੂੰ ਵਪਾਰ ਕਰਦਾ ਕਰਦਾ ਇੱਥੇ ਪਹੁੰਚ ਗਿਆ ਤੇ ਮੈਂ ਚੇਲਾ ਬਣ ਕੇ ਇੱਥੇ ਪਹੁੰਚਿਆ। ਫਿਰ ਮਨਸੁਖ ਜਿੱਤਿਆ ਕੌਣ? ਮਰਦਾਨੇ ਨੇ ਮਖੌਲ ਕੀਤਾ, ਮੈਂ ਵਸਤਾਂ ਨਾਲ ਰਿਹਾ, ਤੂੰ ਗੁਰੂ ਨਾਲ ਰਿਹਾ, ਤੂੰ ਜਿੱਤਿਆ ਮਰਦਾਨਿਆ। ਪਰ ਵਪਾਰੀਆਂ ਦੀਆਂ ਅੱਖਾਂ 'ਚ ਤਾਂ ਛੇਤੀ ਕਿਤੇ ਪਾਣੀ ਨਹੀਂ ਆਉਂਦਾ। ਜੇ ਮੈਂ ਤੈਨੂੰ ਗੁਰੂ ਭਾਈ ਕਿਹਾ ਤਾਂ ਮੈਂ ਤੇਰੇ ਬਰਾਬਰ ਹੋ ਜਾਣਾ ਹੈ। ਹੇ ਤਲਵੰਡੀ ਦੀ ਰੂਹ, ਤੇਰੇ ਵਰਗਾ ਵਪਾਰੀ ਲੱਭਣਾ, ਮੈਂ ਤਾਂ ਤੇਰੇ ਵਪਾਰ ਦਾ ਹਾਲੇ ਕਰਿੰਦਾ ਵੀ ਨਹੀਂ। ਹੰਝੂਆਂ ਨਾਲ ਭਿੱਜੀਆਂ ਅੱਖਾਂ ਮਰਦਾਨੇ ਨੇ ਗਲ 'ਚ ਪਏ ਸਾਫੇ ਨਾਲ ਢੱਕ ਲਈਆਂ। ਇੱਧਰ ਵੇਖ ਮਰਦਾਨਿਆ, ਮੈਨੂੰ ਆਪਣੀਆਂ ਅੱਖਾਂ 'ਚੋਂ ਨਾਨਕ ਤਾਂ ਵੇਖ ਲੈਣ ਦੇ। ਉਹ ਥੋੜ੍ਹੀ ਦੂਰ ਬਾਬੇ ਕੋਲ ਇੱਕ ਪੈਰ ਤੱਕ ਗੱਲਾਂ ਕਰਦੇ ਰਹੇ। ਫਿਰ ਉਹ ਮਨਸੁਖ ਨਾਲ ਰਾਜੇ ਦੇ ਮਹਿਲ ਵੀ ਗਏ। ਰਾਜਾ ਸ਼ਿਵ ਨਾ ਬਾਬੇ ਨੂੰ ਕੁਝ ਦੇਰ ਹੋਰ ਰੱਖਣਾ ਚਾਹੁੰਦਾ ਸੀ, ਪਰ ਉਹ ਰਾਜੇ ਤੋਂ ਆਗਿਆ ਲੈ ਅੱਗੇ ਬੈਟੀਕੁਲਾ ਤੋਂ 12 ਕੋਹ ਦੂਰ ਇੱਕ ਰਮਣੀਕ ਜਗ੍ਹਾ ਵੱਲ ਚੱਲ ਪਏ। ਇਹਨਾਂ ਦਿਨਾਂ 'ਚ ਬਹੁਤ ਜ਼ਿਆਦਾ ਚਲੋ ਚੱਲ ਸੀ। ਮਰਦਾਨੇ ਦਾ ਇਹ ਰਵਾਇਤੀ ਵਾਕ, ਬਾਬਾ ਹੁਣ ਅਸੀਂ ਕਿੱਥੇ ਜਾ ਰਹੇ ਹਾਂ, ਬਹੁਤ ਘੱਟ ਸੁਣਿਆ। ਵੱਡੇ ਵੱਡੇ ਤੀਰਥ ਆ ਰਹੇ ਸਨ। ਯਾਤਰੂ ਆਪ ਹੀ ਉਹਦੀ ਪੁਰਾਣੀ ਕਥਾ ਲੈ ਸੁਣਾਉਣ ਲੱਗ ਪੈਂਦੇ। ਅਜਿਹਾ ਸ਼ਾਇਦ ਉਹਨਾਂ ਦਾ ਉੱਤਰੀ ਭਾਰਤ ਦਾ ਚਿਹਰਾ ਵੇਖ ਕੇ ਹੁੰਦਾ। ਕੁਰੂਕੁਲ ਮੰਡਪ ਤੋਂ ਇਹ ਦੱਖਣ ਪੂਰਬ ਲੰਕਾ ਦੇ ਪ੍ਰਸਿੱਧ ਤੀਰਥ ਕਰਤਰਗਾਮਾ ਵੱਲ ਚੱਲ ਪਏ। ਬੈਟੀਕੁਲਾ ਤੋਂ ਪੂਰਬੀ ਸਮੁੰਦਰੀ ਕੰਢੇ ਦੇ ਨਾਲ ਯਾਤਰੂ ਅਕਸਰ ਕਤਰਗਾਮਾ ਜਾਂਦੇ ਸੀ। ਉਹ ਕਲਮੁਨਾਈ, ਟਿਕੋਇਲ, ਪਾਤੂਵਿਲ ਤੇ ਪਾਨਮ ਤੋਂ ਉਸ ਸਥਾਨ ਪਹੁੰਚੇ ਜੋ ਮਾਨਕ ਗੰਗਾ ਦੇ ਕਿਨਾਰੇ ਸੀ। ਇੱਥੇ ਸਾਰੀਆਂ ਰਵਾਇਤਾਂ ਸਿਵਾ ਪੁੱਤਰ ਸਕੰਦਾ ਸੁਬਰਮਾਨੀਆ, ਜਿਹਨੂੰ ਸਿਨਹਾਲੀ 'ਚ ਕੰਡਾਕੁਮਾਰਾ ਜਾਂ ਕਤਰਗਾਮਾ ਕਹਿੰਦੇ ਸੀ, ਨਾਲ ਸੰਬੰਧਿਤ ਸਨ। ਕਾਰਤਕ ਸੁਆਮੀ ਮੰਦਰ ਤੋਂ ਬਡੁਲਾ ਨਾਮੀ ਸ਼ਹਿਰ ਪਹੁੰਚੇ। ਉੱਥੇ ਸੀਤਾ ਅਹਲਿਆ ਤੇ ਪਹਾੜੀ ਇਲਾਕਿਆਂ ਤੋਂ ਹੁੰਦੇ ਹੋਏ ਸੀਤਾਵਾਕਾ ਤੋਂ ਹੀ ਕੋਟੀ ਰਾਜ ਪੁੱਜ ਗਏ। ਸੀਤਾ ਨੂੰ ਰਾਵਣ ਨੇ ਇੱਥੇ ਹੀ ਕੈਦ 'ਚ ਰੱਖਿਆ ਸੀ। ਉੱਥੇ ਰਾਜਾ ਧਰਮਾ ਪ੍ਰਕਰਮਾ ਬਾਹੂ 9ਵਾਂ ਰਾਜ ਕਰਦਾ ਸੀ। ਇਸ ਰਾਜ ਦੇ ਉੱਤਰ ਵੱਲ ਕਾਲਾ ਓਈਆਂ ਤੋਂ ਲੈ ਕੇ ਦੱਖਣ ਵੱਲ ਵਲਾਲਵੀ ਗੰਗਾ ਤੱਕ ਰਾਜ ਸੀ। ਕੋਟੀ ਰਾਜ 'ਚ ਬੁੱਧ ਧਰਮ ਦਾ ਜ਼ੋਰ ਸੀ। ਜਦੋਂ ਬੋਧੀਆਂ ਦੇ ਸੰਘਾ ਰਾਜਾ ਨੂੰ ਪਤਾ ਲੱਗਾ ਵੀ ਉੱਤਰੀ ਭਾਰਤ ਤੋਂ ਕੋਈ ਨਾਥ ਆਏ ਨੇ ਤਾਂ ਉਹ ਮਿਲਣ ਆਇਆ। ਉਹ ਮੁਲਾਕਾਤ ਲਈ ਬੜਾ ਉਤਾਵਲਾ ਸੀ। ਕਈ ਦਿਨ ਚਰਚਾ ਚੱਲਦੀ ਰਹੀ ਤੇ ਤੁਰਨ ਲੱਗੇ ਬਾਬੇ ਨੇ ਸੰਘਾ ਨੂੰ ਕਿਹਾ, ਬੁੱਧ ਨੇ ਤਾਂ ਸ਼ੁਰੂ ਤੋਂ ਹੀ ਜਾਗਣ ਲਈ ਕਿਹਾ ਸੀ, ਤੂੰ ਸੁੱਤਾ ਸੁੱਤਾ ਕਿੱਥੇ ਪਹੁੰਚ ਗਿਆ ਹੈ। ਧੰਨਵਾਦ। ਚੱਲਦਾ।